सत श्री अकाल दोस्तों, स्वागत है तुहाडे अपने चैनल पीबी पंजाबी कहानियां ते। अज तुहाडे लई लैके आए हैं एक नवीं पंजाबी कहानी। मेरे ब्याह नूं 3 महीने ही होए सन। मेरे सहुरे घर विच मेरा सहुरा अते मेरा पति अरमान रहिंदे सन। मेरी सस दी काफ़ी समा पहलां मौत हो गई सी। मेरा सहुरा बहुत चंगा इंसान सी, मैनूं बिल्कुल अपनी धी वांग रखदा सी। एक बार साडे दरवाजे ते दस्तक होई। मैं दरवाज़ा खोलिया तां दरवाजे ते एक 17-18 सालां दी कुड़ी खड़ी सी। कुछ खाना मंग रही सी। मैं उसदी हथेली ते कुछ पैसे रख दिते। ਉਹ ਨਮ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਮੇਰੇ ਦਰਵਾਜ਼ੇ ਤੇ ਖੜੀ ਰਹੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਪੁੱਛਿਆ, ਕੀ ਹੋਇਆ? ਤੁਹਾਨੂੰ ਹੋਰ ਪੈਸੇ ਚਾਹੀਦੇ ਹਨ? ਉਸ ਨੇ ਨਾਂਹ ਵਿੱਚ ਸਿਰ ਹਿਲਾਇਆ। ਉਹ ਵੀ ਦਰਵਾਜ਼ੇ ਤੇ ਅਜੇ ਵੀ ਖੜੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੁੜੀ ਕੀ ਚਾਹੁੰਦੀ ਹੈ। ਮੈਂ ਉਸ ਨੂੰ ਪੁੱਛਿਆ, ਤੈਨੂੰ ਕੀ ਚਾਹੀਦਾ ਹੈ? ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ। ਕਹਿਣ ਲੱਗੀ, ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਮੈਨੂੰ ਇਸ ਘਰ ਵਿੱਚ ਰਹਿਣ ਲਈ ਥੋੜੀ ਹੀ ਜਗ੍ਹਾ ਦੇ ਦਿਓ। ਮੈਂ ਉਸ ਕੁੜੀ ਦੀ ਗੱਲ ਸੁਣ ਕੇ ਘਬਰਾ ਗਈ। ਮੈਂ ਇੱਕ ਅਣਜਾਣ ਨੌਜਵਾਨ ਕੁੜੀ ਨੂੰ ਆਪਣੇ ਘਰ ਵਿੱਚ ਰਹਿਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਹਾਂ? ਮੈਂ ਇਸੇ ਸੋਚ ਵਿੱਚ ਹੀ ਡੁੱਬੀ ਪਈ ਸੀ ਕਿ ਉਦੋਂ ਹੀ ਮੇਰੇ ਸਹੁਰੇ ਦੀ ਆਵਾਜ਼ ਆਈ, ਨੋ ਦਰਵਾਜ਼ੇ ਤੇ ਕੌਣ ਹੈ? ਇਹ ਪੁੱਛਣ ਤੇ ਮੇਰਾ ਸਹੁਰਾ ਦਰਵਾਜ਼ੇ ਤੇ ਆ ਗਿਆ। ਮੈਂ ਕਿਹਾ, ਪਾਪਾ ਜੀ ਪਤਾ ਨਹੀਂ ਇਹ ਬੇਸਹਾਰਾ ਕੁੜੀ ਕੌਣ ਹੈ। ਇਹ ਕੁਝ ਮਦਦ ਮੰਗ ਰਹੀ ਹੈ ਅਤੇ ਇੱਥੇ ਹੀ ਰਹਿਣ ਲਈ ਕਹਿ ਰਹੀ ਹੈ। ਮੇਰੀ ਗੱਲ ਸੁਣੋ, ਤੁਸੀਂ ਇਸ ਨੂੰ ਆਪਣੇ ਘਰ ਵਿੱਚ ਕੰਮ ਵਾਲੀ ਰੱਖ ਲਓ। ਤੁਸੀਂ ਵੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ ਹੋ। ਮਦਦ ਕਰਨ ਵਾਲਾ ਵੀ ਕੋਈ ਹੋ ਜਾਵੇਗਾ ਅਤੇ ਉਸ ਗਰੀਬ ਨੂੰ ਵੀ ਸਹਾਰਾ ਮਿਲੇਗਾ। ਮੇਰੇ ਸਹੁਰੇ ਦੇ ਕਹਿਣ ਤੇ ਮੈਂ ਹਾਂ 'ਚ ਹਾਂ ਮਿਲਾ ਦਿੱਤੀ ਅਤੇ ਫਿਰ ਮੈਂ ਕਿਉਂ ਆਪਣੇ ਸਹੁਰੇ ਦੇ ਸਾਹਮਣੇ ਜ਼ੁਬਾਨ ਚਲਾਉਂਦੀ ਅਤੇ ਆਪਣੇ ਸਹੁਰੇ ਨੂੰ ਆਖਦੀ ਕਿ ਪਿਤਾ ਜੀ ਇਹ ਗਲਤ ਹੈ। ਇਸੇ ਤਰ੍ਹਾਂ ਅਸੀਂ ਕਿਸੇ ਅਜਨਬੀ ਨੂੰ ਆਪਣੇ ਘਰ ਨਹੀਂ ਰੱਖ ਸਕਦੇ। ਪਰ ਮੈਂ ਆਪਣੇ ਸਹੁਰੇ ਦੀ ਗੱਲ ਮੰਨੀ। ਪਰ ਬਾਰ-ਬਾਰ ਇਹ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਰਹਿੰਦੀ ਕਿ ਮੇਰਾ ਸਹੁਰਾ ਵੀ ਅਜੀਬ ਹੈ। ਜਦੋਂ ਇੱਕ ਕੁੜੀ ਭੀਖ ਮੰਗਣ ਆਈ ਅਤੇ ਰਹਿਣ ਲਈ ਛੱਤ ਮੰਗੀ ਤਾਂ ਮੇਰੇ ਸਹੁਰੇ ਨੇ ਤੁਰੰਤ ਹਾਮੀ ਭਰ ਦਿੱਤੀ। ਉਹ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰਦੀ ਸੀ। ਮੈਂ ਜੋ ਵੀ ਕੰਮ ਆਖਦੀ ਉਹ ਤੁਰੰਤ ਕਰ ਦਿੰਦੀ। ਮੈਂ ਜੋ ਵੀ ਖਾਣਾ ਦਿੰਦੀ ਉਹ ਖਾ ਲੈਂਦੀ। ਬਸ ਹਮੇਸ਼ਾ ਚੁੱਪ ਰਹਿੰਦੀ। ਮੈਂ ਉਸ ਦੀਆਂ ਅੱਖਾਂ ਵਿੱਚ ਚੁੱਪ ਅਤੇ ਡਰ ਮਹਿਸੂਸ ਕਰ ਸਕਦੀ ਸੀ। ਪਰ ਮੈਨੂੰ ਸਭ ਤੋਂ ਅਜੀਬ ਗੱਲ ਇਹ ਮਹਿਸੂਸ ਹੋਈ ਕਿ ਜਦੋਂ ਤੋਂ ਉਹ ਕੁੜੀ ਆਈ ਸੀ, ਮੇਰਾ ਸਹੁਰਾ ਸਾਰਾ ਆਪਣੇ ਵਾਲਾ ਕੰਮ ਉਸ ਕੁੜੀ ਤੋਂ ਕਰਵਾਉਂਦਾ ਰਹਿੰਦਾ ਸੀ। ਜੇਕਰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਕੁੜੀ ਨੂੰ ਆਪਣੇ ਕਮਰੇ ਵਿੱਚ ਬੁਲਾਉਣ ਦੇ ਬਹਾਨੇ ਲੱਭਦਾ ਰਹਿੰਦਾ ਸੀ ਅਤੇ ਰਾਤ ਹੁੰਦੇ ਹੀ ਮੇਰਾ ਸਹੁਰਾ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦਾ ਤੇ ਕਹਿੰਦਾ, ਮੇਰੇ ਪੈਰ ਦੁਖ ਰਹੇ ਹਨ, ਥੋੜੀ ਜਿਹੀ ਮਸਾਜ ਕਰੋ। ਤੇ ਜਦੋਂ ਸੁਮਨ ਤੇਲ ਦੀ ਕਟੋਰੀ ਲੈ ਕੇ ਮਾਲਿਸ਼ ਕਰਨ ਜਾਂਦੀ ਤਾਂ ਕਈ ਘੰਟੇ ਮੇਰੇ ਸਹੁਰੇ ਦੇ ਕਮਰੇ ਵਿੱਚ ਬਿਤਾਉਂਦੀ ਤੇ ਜਦੋਂ ਉਹ ਬਾਹਰ ਆਉਂਦੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ। ਉਸ ਦਾ ਹੁਲੀਆ ਵੀ ਵਿਗੜਿਆ ਹੋਇਆ ਹੁੰਦਾ। ਮੈਨੂੰ ਬਹੁਤ ਅਜੀਬ ਲੱਗਦਾ ਸੀ। ਕਈ ਵਾਰ ਜਦੋਂ ਮੈਂ ਦਰਵਾਜ਼ੇ ਦੇ ਸਾਹਮਣੇ ਤੋਂ ਲੰਘਦੀ ਤਾਂ ਕੁਝ ਅਜਿਹੀਆਂ ਆਵਾਜ਼ਾਂ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਮੇਰੇ ਦਿਮਾਗ ਵਿੱਚ ਗਲਤ ਗੱਲਾਂ ਆਉਂਦੀਆਂ। ਇੱਕ ਦਿਨ ਮੈਂ ਰਸੋਈ ਵਿੱਚ ਸਬਜ਼ੀ ਬਣਾ ਰਹੀ ਸੀ। ਸੁਮਨ ਭਾਂਡੇ ਧੋ ਰਹੀ ਸੀ ਤਾਂ ਮੇਰੇ ਸਹੁਰੇ ਕਹਿਣ ਲੱਗਾ, ਨੋ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ, ਤੂੰ ਅਜਿਹਾ ਕਰ, ਬਾਕੀ ਬਚੇ ਭਾਂਡੇ ਆਪ ਹੀ ਸਾਫ਼ ਕਰ ਲਓ ਤੇ ਸੁਮਨ ਨੂੰ ਮੇਰੇ ਕਮਰੇ ਵਿੱਚ ਭੇਜ ਦਿਓ। ਉਹ ਮੇਰੇ ਪੈਰਾਂ ਦੀ ਮਾਲਿਸ਼ ਕਰੇਗੀ। ਸੁਮਨ ਨੇ ਅਜੇ ਤੱਕ ਮੇਰੇ ਸਹੁਰੇ ਨੂੰ ਨਹੀਂ ਦੇਖਿਆ ਸੀ। ਉਹ ਬਰਤਨ ਸਾਫ਼ ਕਰਨ ਵਿੱਚ ਰੁੱਝੀ ਹੋਈ ਸੀ। ਮੈਂ ਹਾਂ ਵਿੱਚ ਸਿਰ ਹਿਲਾਇਆ। ਮੇਰਾ ਸਹੁਰਾ ਚਲਾ ਗਿਆ। ਮੈਂ ਸੁਮਨ ਨੂੰ ਬੁਲਾਇਆ, ਸੁਮਨ ਪਾਪਾ ਜੀ ਤੈਨੂੰ ਬੁਲਾ ਰਹੇ ਹਨ, ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰੋ। ਮੇਰੀ ਗੱਲ ਸੁਣ ਕੇ ਸੁਮਨ ਝੱਟ ਚਲੀ ਗਈ। ਮੈਨੂੰ ਅਹਿਸਾਸ ਹੋਇਆ ਕਿ ਸੁਮਨ ਹਮੇਸ਼ਾ ਡਰੀ ਰਹਿੰਦੀ ਹੈ। ਉਦੋਂ ਹੀ ਮੈਂ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਦੇਖਿਆ। ਉਸਨੇ ਜਲਦੀ ਆਪਣੇ ਹੱਥ ਸਾਫ਼ ਕੀਤੇ, ਕਟੋਰੇ ਵਿੱਚ ਤੇਲ ਪਾਇਆ ਅਤੇ ਮੇਰੇ ਤੋਂ ਅੱਖਾਂ ਚੁਰਾਉਂਦੀ ਹੋਈ ਚਲੀ ਗਈ। ਮੈਂ ਸਮਝ ਨਹੀਂ ਸਕੀ ਇਹ ਸਭ ਕੀ ਹੈ। ਇਸ ਤੋਂ ਬਾਅਦ ਮੈਂ ਕੱਪ ਵਿੱਚ ਚਾਹ ਪਾਈ ਅਤੇ ਆਪਣੇ ਕਮਰੇ ਵਿੱਚ ਆ ਗਈ, ਜਿੱਥੇ ਮੇਰਾ ਪਤੀ ਅਰਮਾਨ ਮੰਜੇ ਤੇ ਬੈਠਾ ਹੋਇਆ ਸੀ, ਦਫ਼ਤਰੀ ਕੰਮ ਕਰ ਰਿਹਾ ਸੀ। ਮੈਂ ਚਾਹ ਉਸ ਦੇ ਅੱਗੇ ਰੱਖ ਕੇ ਚੁੱਪਚਾਪ ਬੈਠ ਗਈ। ਮੈਨੂੰ ਚੁੱਪ ਬੈਠੀ ਦੇਖ ਕੇ ਅਰਮਾਨ ਬੋਲਿਆ,
ਕੀ ਗੱਲ ਹੈ, ਕੀ ਸੋਚ ਰਹੀ ਹੈ? ਅਰਮਾਨ ਦੀ ਗੱਲ ਸੁਣ ਕੇ ਮੈਂ ਝੱਟ ਅਰਮਾਨ ਨੂੰ ਕਿਹਾ, ਇਹ ਕੁੜੀ ਸੁਮਨ ਮੈਨੂੰ ਬਹੁਤ ਅਜੀਬ ਲੱਗ ਰਹੀ ਹੈ। ਅਰਮਾਨ, ਤੁਸੀਂ ਆਪ ਹੀ ਸੋਚੋ ਕਿ ਇੱਕ ਇਕੱਲੀ ਮੁਟਿਆਰ ਕੁੜੀ ਇੱਥੇ ਕੀ ਕਰ ਰਹੀ ਹੈ? ਉਸ ਦੇ ਅੱਗੇ ਪਿੱਛੇ ਉਸ ਦਾ ਆਪਣਾ ਕੋਈ ਨਹੀਂ ਹੈ ਜੋ ਉਸ ਨੂੰ ਥੋੜਾ ਜਿਹਾ ਸਹਾਰਾ ਦੇ ਸਕੇ। ਅਰਮਾਨ, ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ। ਅਤੇ ਅਰਮਾਨ, ਮੈਨੂੰ ਸੁਮਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ ਹੈ। ਅਤੇ ਫਿਰ ਪਾਪਾ ਜੀ ਵੀ ਆਪਣੇ ਸਾਰੇ ਕੰਮ ਸੁਮਨ ਤੋਂ ਕਿੰਨੇ ਅਧਿਕਾਰ ਨਾਲ ਕਰਵਾਉਂਦੇ ਹਨ, ਜਿਵੇਂ ਉਹ ਉਹਨਾਂ ਦੀ। ਮੈਂ ਆਖਰੀ ਗੱਲ ਅਧੂਰੀ ਛੱਡ ਦਿੱਤੀ। ਮੈਂ ਸੋਚਿਆ ਕਿ ਅਰਮਾਨ ਨੂੰ ਸ਼ਾਇਦ ਬੁਰਾ ਨਾ ਲੱਗੇ। ਆਪਣੀ ਗੱਲ ਜਾਰੀ ਰੱਖਦੇ ਹੋਏ ਮੈਂ ਫਿਰ ਕਿਹਾ, ਅਰਮਾਨ, ਉਸ ਕੁੜੀ ਦਾ ਰਵੱਈਆ ਮੇਰੇ ਲਈ ਬਹੁਤ ਅਜੀਬ ਹੈ। ਹਰ ਵਕਤ ਉਹ ਰੋਂਦੀ ਰੋਂਦੀ ਲੱਗਦੀ ਹੈ। ਜਦੋਂ ਵੀ ਆਵਾਜ਼ ਮਾਰਦੇ ਹਾਂ ਉਹ ਪੂਰੀ ਤਰ੍ਹਾਂ ਡਰ ਜਾਂਦੀ ਹੈ। ਅਰਮਾਨ, ਕਦੇ ਕਦੇ ਮੈਨੂੰ ਲੱਗਦਾ ਹੈ ਕਿ ਸੁਮਨ ਨੂੰ ਘਰ ਰੱਖ ਕੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ। ਪਤਾ ਨਹੀਂ ਕਿਉਂ ਅਰਮਾਨ, ਮੈਨੂੰ ਮਹਿਸੂਸ ਹੁੰਦਾ ਹੈ ਕਿ ਇਸ ਘਰ ਦੇ ਵਿੱਚ ਸੁਮਨ ਨਾਲ ਕੁਝ ਗਲਤ ਹੋ ਰਿਹਾ ਹੈ। ਨਹੀਂ ਤਾਂ ਉਹ ਹਰ ਸਮੇਂ ਉਦਾਸ ਕਿਉਂ ਰਹਿੰਦੀ? ਉਸ ਨੂੰ ਖਾਣ ਲਈ 2 ਵਕਤ ਦੀ ਰੋਟੀ ਅਤੇ ਰਹਿਣ ਲਈ ਛੱਤ ਦੀ ਲੋੜ ਹੈ ਅਤੇ ਉਹ ਇਸ ਘਰ ਵਿੱਚ ਮਿਲ ਰਹੀ ਹੈ। ਫਿਰ ਵੀ ਉਹ ਇੰਨੀ ਉਦਾਸ ਕਿਉਂ ਹੈ? ਉਹ ਹਰ ਸਮੇਂ ਕਿਉਂ ਰੋਂਦੀ ਰਹਿੰਦੀ ਹੈ? ਅੱਜ ਮੈਂ ਆਪਣੇ ਦਿਲ ਦੀ ਸਾਰੀ ਗੱਲ ਅਰਮਾਨ ਦੇ ਸਾਹਮਣੇ ਖੋਲ੍ਹ ਦਿੱਤੀ ਸੀ। ਮੇਰੀ ਗੱਲ ਸੁਣ ਕੇ ਅਰਮਾਨ ਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ ਅਤੇ ਕਿਹਾ, ਕੋਮਲ, ਤੂੰ ਬਹੁਤ ਸੋਚਣ ਲੱਗ ਗਈ ਹੈ। ਜੇ ਉਸ ਦੀ ਕੋਈ ਦਰਦ ਹੁੰਦਾ ਤਾਂ ਉਹ ਸਾਡੇ ਘਰ ਨਾ ਰਹਿੰਦੀ। ਉਹ ਇੱਥੋਂ ਜਾ ਵੀ ਸਕਦੀ ਹੈ। ਅਤੇ ਤੂੰ ਆਖਦੀ ਹੈ ਕਿ ਉਸ ਕੋਲ ਆਪਣੀ ਕੋਈ ਜਗ੍ਹਾ ਹੈ। ਉਸ ਕੋਲ ਹੁੰਦੀ ਤਾਂ ਉਹ ਇੱਥੇ ਰਹਿਣ ਲਈ ਕਿਉਂ ਆਉਂਦੀ? ਯਕੀਨਨ ਇਸ ਦੁਨੀਆ ਵਿੱਚ ਉਸ ਦਾ ਕੋਈ ਨਹੀਂ, ਇਸ ਲਈ ਉਹ ਇੱਥੇ ਹੀ ਰਹਿ ਰਹੀ ਹੈ। ਅਤੇ ਕਿੰਨੀ ਚੰਗੀ ਕੁੜੀ ਹੈ। ਉਹ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰਦੀ ਹੈ ਅਤੇ ਕੋਈ ਕੰਮ ਲਈ ਮਨਾ ਨਹੀਂ ਕਰਦੀ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਵੀਕਾਰ ਕਰਦਾ ਹਾਂ। ਉਹ ਪਿਤਾ ਦੀ ਬਹੁਤ ਸੇਵਾ ਕਰਦੀ ਹੈ, ਇਸ ਲਈ ਤੁਸੀਂ ਵੀ ਇਸ ਕੰਮ ਤੋਂ ਮੁਕਤ ਹੋ ਗਈ ਹੋ। ਨਹੀਂ ਤਾਂ ਪਹਿਲਾਂ ਪਿਤਾ ਜੀ ਦੇ ਸਾਰੇ ਕੰਮ ਤੈਨੂੰ ਕਰਨੇ ਪੈਂਦੇ ਸੀ। ਇਹ ਕਹਿ ਕੇ ਅਰਮਾਨ ਆਪਣੇ ਲੈਪਟਾਪ ਵਿੱਚ ਰੁੱਝ ਗਿਆ। ਉਹ ਸ਼ਾਇਦ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਇਸ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੁੰਦੀ ਸੀ ਕਿਉਂਕਿ ਮੈਂ ਬਹੁਤ ਹਿੰਮਤ ਕੀਤੀ ਸੀ। ਮੈਂ ਇਹ ਸਭ ਅਰਮਾਨ ਨੂੰ ਆਖਦੀ ਅਤੇ ਅਜਿਹਾ ਨਾ ਹੋਵੇ ਕਿ ਅਰਮਾਨ ਨੂੰ ਆਪਣੇ ਪਿਤਾ ਲਈ ਬੁਰਾ ਲੱਗੇ। ਮੈਂ ਫਿਰ ਆਪਣੀ ਗੱਲ ਜਾਰੀ ਰੱਖੀ, ਅਰਮਾਨ, ਇਹ ਗੱਲ ਮੈਨੂੰ ਅਜੀਬ ਲੱਗਦੀ ਹੈ। ਪਹਿਲਾਂ ਪਿਤਾ ਜੀ ਸਾਰੇ ਕੰਮ ਮੇਰੇ ਤੋਂ ਕਰਵਾਉਂਦੇ ਸਨ, ਪਰ ਜਦੋਂ ਤੋਂ ਉਹ ਕੁੜੀ ਆਈ ਹੈ ਪਾਪਾ ਕਹਿੰਦੇ ਹਨ ਕਿ ਮੇਰਾ ਸਾਰਾ ਕੰਮ ਸੁਮਨ ਕਰੇਗੀ। ਭਾਵੇਂ ਮੈਂ ਕਰ ਵੀ ਦਿੰਨੀ ਆ, ਉਹ ਮੈਨੂੰ ਫਿਰ ਵੀ ਇਨਕਾਰ ਕਰਦੇ ਹਨ। ਮੇਰੀ ਗੱਲ ਸੁਣ ਕੇ ਅਰਮਾਨ ਬੋਲੇ, ਕੋਮਲ, ਤੁਸੀਂ ਵੀ ਅਜੀਬ ਹੀ ਹੋ। ਪਹਿਲਾਂ ਜਦੋਂ ਤੁਸੀਂ ਪਿਤਾ ਜੀ ਦਾ ਕੰਮ ਕਰਦੇ ਸੀ ਤਾਂ ਕਹਿੰਦੇ ਸੀ ਕਿ ਘਰ ਵਿੱਚ ਬਹੁਤ ਕੰਮ ਹੈ, ਮੈਂ ਥੱਕ ਜਾਂਦੀ ਹਾਂ। ਅਤੇ ਹੁਣ ਜਦੋਂ ਪਿਤਾ ਜੀ ਨੇ ਆਪਣੇ ਲਈ ਕੰਮ ਵਾਲੀ ਰੱਖ ਲਈ ਹੈ ਤਾਂ ਫਿਰ ਵੀ ਤੈਨੂੰ ਸਮੱਸਿਆ ਹੈ ਕਿ ਪਿਤਾ ਜੀ ਉਸ ਕੁੜੀ ਤੋਂ ਸਾਰੇ ਕੰਮ ਕਿਉਂ ਕਰਵਾਉਂਦੇ ਹਨ। ਆਖਰ ਤੁਹਾਡੀ ਸਮੱਸਿਆ ਕੀ ਹੈ? ਅਰਮਾਨ ਨੇ ਇਸ ਵਾਰ ਮੈਨੂੰ ਥੋੜਾ ਝਿੜਕਦੇ ਹੋਏ ਕਿਹਾ। ਅਰਮਾਨ ਦਾ ਖਰਾਬ ਮੂਡ ਦੇਖ ਕੇ ਮੈਂ ਚੁੱਪ ਹੋ ਗਈ। ਮੈਂ ਅਰਮਾਨ ਨੂੰ ਇਹ ਨਹੀਂ ਦੱਸ ਸਕੀ ਕਿ ਮੈਨੂੰ ਪਾਪਾ ਜੀ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਕਿ ਉਹ ਰਾਤ ਨੂੰ ਸੁਮਨ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਆਪਣੇ ਪੈਰਾਂ ਦੀ ਮਾਲਿਸ਼ ਕਰਵਾਉਣਾ ਅਤੇ ਫਿਰ ਉਸ ਨੂੰ ਘੰਟਿਆਂ ਲਈ ਬਾਹਰ ਨਾ ਭੇਜਣਾ। ਮੈਂ ਸੋਚਿਆ ਜੇਕਰ ਮੈਂ ਇਹ ਗੱਲ ਅਰਮਾਨ ਨੂੰ ਦੱਸੀ ਤਾਂ ਅਰਮਾਨ ਨੂੰ ਬਹੁਤ ਗੁੱਸਾ ਆ ਜਾਵੇਗਾ ਅਤੇ ਉਹ ਕਹੇਗਾ ਕਿ ਤੁਸੀਂ ਮੇਰੇ ਪਿਤਾ 'ਤੇ ਸ਼ੱਕ ਕਰਦੇ ਹੋ। ਹਾਲਾਂਕਿ ਮਾਮਲਾ ਸ਼ੱਕੀ ਸੀ। 50 ਸਾਲਾਂ ਦੇ ਵਿਅਕਤੀ ਨੇ 17 ਸਾਲ ਦੀ ਕੁੜੀ ਨਾਲ 3 ਘੰਟੇ ਕਮਰੇ 'ਚ ਕੀ ਕੀਤਾ? ਇਹ ਸਵਾਲ ਮੇਰੇ ਮਨ ਨੂੰ ਪਰੇਸ਼ਾਨ ਕਰ ਰਿਹਾ ਸੀ। ਮੈਂ ਅਰਮਾਨ ਕੋਲੋਂ ਚਾਹ ਦਾ ਕੱਪ ਚੁੱਕਿਆ ਅਤੇ ਵਾਪਸ ਰਸੋਈ ਵਿੱਚ ਆ ਗਈ। ਮੈਂ ਚਾਹ ਵਾਲੇ ਭਾਂਡੇ ਧੋ ਰਹੀ ਸੀ ਤੇ ਮੇਰੀ ਨਿਗਾਹ ਪਾਪਾ ਜੀ ਦੇ ਕਮਰੇ ਵੱਲ ਸੀ। ਮੈਂ ਸੁਮਨ ਦੀ ਉਡੀਕ ਕਰ ਰਹੀ ਸੀ ਕਿ ਉਹ ਕਦੋਂ ਬਾਹਰ ਆਵੇਗੀ। ਮੈਂ ਚਾਹ ਦੇ ਭਾਂਡੇ ਧੋਤੇ ਅਤੇ ਸਬਜ਼ੀ ਵੀ ਤਿਆਰ ਕਰ ਦਿੱਤੀ। ਬਸ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਸੀ ਕਿ ਮੈਂ ਸੁਮਨ ਨੂੰ ਪਿਤਾ ਜੀ ਦੇ ਕਮਰੇ ਵਿੱਚੋਂ ਬਾਹਰ ਨਿਕਲਦੇ ਦੇਖਿਆ। ਸੁਮਨ ਅੱਖਾਂ ਸਾਫ਼ ਕਰਦੀ ਹੋਈ ਪੌੜੀਆਂ ਵੱਲ ਜਾ ਰਹੀ ਸੀ। ਸ਼ਾਇਦ ਸੁਮਨ ਨੇ ਮੈਨੂੰ ਦੇਖਿਆ ਹੀ ਨਹੀਂ। ਮੇਰੇ ਮਨ ਵਿੱਚ ਪਿਤਾ ਜੀ ਲਈ ਫਿਰ ਤੋਂ ਗਲਤ ਵਿਚਾਰ ਆਉਣ ਲੱਗੇ ਕਿ ਉਹ ਮਾਸੂਮ ਬੱਚੀ ਨਾਲ ਕੁਝ ਗਲਤ ਕਰ ਰਹੇ ਨੇ।
ਪਾਪਾ ਜੀ ਨੂੰ ਇਸ ਉਮਰ ਵਿੱਚ ਗਲਤ ਕੰਮ ਕਰਦੇ ਹੋਏ ਸ਼ਰਮ ਨਹੀਂ ਆਈ। ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਸਹੁਰੇ ਦੇ ਵਿਰੁੱਧ ਕਰ ਰਹੀਆਂ ਸਨ। ਅਗਲੇ ਦਿਨ ਰੂਟੀਨ ਅਨੁਸਾਰ ਸੁਮਨ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ। ਮੈਂ ਨਾਸ਼ਤੇ ਦੇ ਮੇਜ਼ 'ਤੇ ਨਾਸ਼ਤਾ ਰੱਖ ਰਹੀ ਸੀ। ਜਦੋਂ ਨਾਸ਼ਤਾ ਤਿਆਰ ਹੋ ਗਿਆ ਤਾਂ ਮੈਂ ਅਰਮਾਨ ਅਤੇ ਪਾਪਾ ਜੀ ਨਾਸ਼ਤਾ ਕਰਨ ਬੈਠ ਗਏ। ਸੁਮਨ ਰਸੋਈ ਦੇ ਕੋਨੇ ਵਿੱਚ ਡਰੀ ਹੋਈ ਖੜੀ ਸੀ। ਮੈਨੂੰ ਉਸ 'ਤੇ ਤਰਸ ਆਇਆ। ਮੈਂ ਕਿਹਾ, ਸੁਮਨ ਤੁਸੀਂ ਵੀ ਆ ਜਾਓ, ਸਾਡੇ ਨਾਲ ਨਾਸ਼ਤਾ ਕਰ ਲਓ। ਪਹਿਲਾਂ ਤਾਂ ਉਸਨੇ ਇਨਕਾਰ ਕਰ ਦਿੱਤਾ, ਪਰ ਮੇਰੇ ਬਾਰ-ਬਾਰ ਕਹਿਣ 'ਤੇ ਉਹ ਨਾਸ਼ਤੇ ਦੀ ਮੇਜ਼ 'ਤੇ ਆ ਕੇ ਬੈਠ ਗਈ। ਉਹ ਡਰਦੀ ਹੋਈ ਨਾਸ਼ਤਾ ਕਰਨ ਲੱਗੀ। ਮੇਰੇ ਸਹੁਰੇ ਦੀ ਨਿਗਾਹ ਬਾਰ-ਬਾਰ ਸੁਮਨ ਵੱਲ ਜਾ ਰਹੀ ਸੀ। ਉਹ ਸੁਮਨ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਅਤੇ ਅੱਖਾਂ ਹੀ ਅੱਖਾਂ ਵਿੱਚ ਉਸ ਨੂੰ ਦਿਲਾਸਾ ਦੇ ਰਿਹਾ ਸੀ ਕਿ ਚਿੰਤਾ ਨਾ ਕਰ। ਤਾਂ ਮੈਂ ਸਮਝ ਗਈ ਸੀ ਕਿ ਪਿਤਾ ਦੀਆਂ ਅੱਖਾਂ ਵਿੱਚ ਸੁਮਨ ਲਈ ਜੋ ਪਿਆਰ ਸੀ ਉਹ ਪਿਓ ਧੀ ਦਾ ਬਿਲਕੁਲ ਨਹੀਂ ਸੀ। ਜਦੋਂ ਪਾਪਾ ਜੀ ਨਾਸ਼ਤਾ ਖਤਮ ਕਰਕੇ ਉੱਠਣ ਲੱਗੇ ਤਾਂ ਸੁਮਨ ਨੂੰ ਉੱਠਦੇ ਹੋਏ ਕਿਹਾ, ਜਦੋਂ ਤੁਸੀਂ ਨਾਸ਼ਤਾ ਖਤਮ ਕਰ ਲਿਆ ਤਾਂ ਚਾਹ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆ ਜਾਣਾ। ਜਦੋਂ ਪਿਤਾ ਜੀ ਨੇ ਇਹ ਕਿਹਾ ਤਾਂ ਸੁਮਨ ਨੇ ਝੱਟ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਡਰ ਉੱਭਰ ਆਇਆ ਅਤੇ ਇਸ ਘਬਰਾਹਟ ਵਿੱਚ ਗਰਮ ਚਾਹ ਉਸ ਨੇ ਆਪਣੇ ਹੱਥਾਂ 'ਤੇ ਪਾ ਲਈ। ਉਦੋਂ ਤੱਕ ਪਾਪਾ ਜੀ ਆਪਣੇ ਕਮਰੇ ਵਿੱਚ ਜਾ ਚੁੱਕੇ ਸਨ। ਮੈਂ ਝੱਟ ਸੁਮਨ ਦਾ ਹੱਥ ਫੜ ਲਿਆ ਅਤੇ ਸੁਮਨ ਨੂੰ ਪੁੱਛਿਆ ਕਿ ਤੂੰ ਕੀ ਕਰ ਰਹੀ ਹੈ? ਤੇਰਾ ਹੱਥ ਸੜ ਗਿਆ ਹੈ। ਚੰਗਾ ਤੂੰ ਖੜੀ ਹੋ ਜਾ, ਮੈਂ ਤੇਰੇ ਹੱਥਾਂ 'ਤੇ ਕਰੀਮ ਲਾ ਦਿੰਨੀ ਆ। ਸੁਮਨ ਦਾ ਹੱਥ ਲਾਲ ਹੋ ਗਿਆ ਸੀ। ਮੈਂ ਉਸਦੇ ਸੜੇ ਹੋਏ ਹੱਥ 'ਤੇ ਕਰੀਮ ਲਗਾ ਕੇ ਉਸ ਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ ਅਤੇ ਮੈਂ ਟੁੱਟੇ ਹੋਏ ਕੱਪ ਦੇ ਟੁਕੜੇ ਚੁੱਕ ਕੇ ਪਾਪਾ ਲਈ ਚਾਹ ਬਣਾਉਣ ਲੱਗ ਗਈ। ਚਾਹ ਲੈ ਕੇ ਮੈਂ ਪਿਤਾ ਜੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਆਪਣੇ ਕਮਰੇ 'ਚ ਦੇਖ ਕੇ ਪਾਪਾ ਜੀ ਕਹਿਣ ਲੱਗੇ, ਕੋਮਲ ਬੇਟਾ ਤੂੰ ਕਿਉਂ ਤੰਗ ਹੋ ਰਹੀ ਹੈ? ਤੂੰ ਸੁਮਨ ਨੂੰ ਮੇਰੇ ਕਮਰੇ ਵਿੱਚ ਭੇਜ ਦਿੰਦੀ, ਉਸ ਤੋਂ ਵੀ ਤਾਂ ਕੁਝ ਕੰਮ ਕਰਵਾਓ। ਮੈਂ ਕਿਹਾ, ਪਾਪਾ ਜੀ ਸੁਮਨ ਦਾ ਹੱਥ ਗਰਮ ਚਾਹ ਤੇ ਛਿੱਟੇ ਪੈਣ ਕਾਰਨ ਸੜ ਗਿਆ ਹੈ। ਮੈਂ ਕਰੀਮ ਲਗਾ ਦਿੱਤੀ ਹੈ ਅਤੇ ਉਸ ਨੂੰ ਉਸਦੇ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ ਹੈ। ਮੈਨੂੰ ਅਹਿਸਾਸ ਹੋਇਆ ਕਿ ਪਾਪਾ ਜੀ ਦੇ ਹੱਥ ਜਲਣ ਵਾਲੀ ਗੱਲ ਤੋਂ ਪਰੇਸ਼ਾਨ ਹੋ ਗਏ ਸਨ। ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ, ਠੀਕ ਹੈ, ਜਦੋਂ ਉਹ ਹੇਠਾਂ ਆਵੇ ਤਾਂ ਮੇਰੇ ਕੋਲ ਭੇਜ ਦੇਣਾ। ਮੈਂ ਹਾਂ ਵਿੱਚ ਸਿਰ ਹਿਲਾਇਆ ਅਤੇ ਬਾਹਰ ਆ ਗਈ। ਮੈਂ ਬਾਹਰ ਆ ਕੇ ਦੇਖਿਆ ਕਿ ਸੁਮਨ ਰਸੋਈ ਵਿੱਚ ਬਰਤਨ ਧੋ ਰਹੀ ਸੀ। ਮੈਂ ਕਿਹਾ, ਕੀ ਕਰ ਰਹੇ ਹੋ? ਭਾਂਡੇ ਕਿਉਂ ਧੋ ਰਹੇ ਹੋ? ਤੁਹਾਡਾ ਤਾਂ ਹੱਥ ਮੱਚਿਆ ਹੋਇਆ ਹੈ, ਕੁਝ ਵੀ ਕਹੋ। ਮੈਨੂੰ ਉਸ ਕੁੜੀ ਨਾਲ ਪਿਆਰ ਸੀ। ਉਸ ਦੇ ਚਿਹਰੇ 'ਤੇ ਮਾਸੂਮੀਅਤ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਸਕਦਾ ਸੀ। ਅਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਮੇਰੇ ਲਈ ਇਨਸਾਨੀਅਤ ਸਭ ਤੋਂ ਪਹਿਲਾਂ ਸੀ। ਨਹੀਂ ਭੈਣ, ਮੈਂ ਕਰ ਲਵਾਂਗੀ, ਕਹਿ ਕੇ ਉਹ ਆਪਣਾ ਕੰਮ ਕਰਦੀ ਰਹੀ। ਮੈਂ ਕਿਹਾ, ਸੁਮਨ ਪਿਤਾ ਜੀ ਤੈਨੂੰ ਆਪਣੇ ਕਮਰੇ ਵਿੱਚ ਬੁਲਾ ਰਹੇ ਹਨ, ਸ਼ਾਇਦ ਕੋਈ ਕੰਮ ਹੋਵੇਗਾ। ਮੇਰੀ ਗੱਲ ਸੁਣ ਕੇ ਭਾਂਡੇ ਧੋਂਦਿਆਂ ਉਸਦੇ ਹੱਥ ਰੁਕ ਗਏ ਤੇ ਉਸ ਨੇ ਮੇਰੇ ਵੱਲ ਮੁੜ ਕੇ ਦੇਖਿਆ। ਫਿਰ ਕਿਹਾ, ਭੈਣ ਜੀ ਮੈਨੂੰ ਇਹ ਕੰਮ ਪੂਰਾ ਕਰਨ ਦਿਓ, ਮੈਂ ਫਿਰ ਜਾ ਆਵਾਂਗੀ। ਮੈਂ ਕਿਹਾ, ਜਿਵੇਂ ਤੇਰੀ ਮਰਜ਼ੀ। ਇੰਨੇ ਵਿੱਚ ਮੇਰੇ ਸਹੁਰੇ ਦੀ ਆਵਾਜ਼ ਆਈ, ਪੁੱਤਰ ਸੁਮਨ ਨੂੰ ਮੇਰੇ ਕਮਰੇ ਵਿੱਚ ਭੇਜ ਦੇ, ਮੈਨੂੰ ਇੱਕ ਜ਼ਰੂਰੀ ਕੰਮ ਹੈ। ਸ਼ਾਇਦ ਉਸਨੇ ਸਾਡੀ ਗੱਲ ਸੁਣ ਲਈ ਕਿਉਂਕਿ ਉਹ ਰਸੋਈ ਦੇ ਦਰਵਾਜ਼ੇ 'ਤੇ ਹੀ ਖੜੇ ਸੀ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਸੁਮਨ ਹੱਥ ਪੂੰਝ ਕੇ ਮੇਰੇ ਸਹੁਰੇ ਦੇ ਮਗਰ ਤੁਰ ਪਈ। ਮੇਰੇ ਸਹੁਰੇ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇੰਨੇ ਕਿੰਨੇ ਕੁ ਕੰਮ ਹੁੰਦੇ ਆ ਉਹਨਾਂ ਨੂੰ ਸਾਰਾ ਦਿਨ। ਮੈਂ ਨੋਟ ਕੀਤਾ ਕਿ ਸੁਮਨ ਵੀ ਮੇਰੇ ਸਹੁਰੇ ਤੋਂ ਪਿੱਛਾ ਛਡਾਉਂਦੀ ਰਹਿੰਦੀ ਸੀ। ਮੇਰਾ ਸਹੁਰਾ ਵੀ ਉਸ ਨੂੰ ਆਪਣੇ ਕੰਮ ਵਿੱਚ ਉਲਝਾਈ ਰੱਖਦਾ ਸੀ। ਫਿਰ ਮੈਂ ਰਸੋਈ ਦੀ ਸਫਾਈ ਕਰਨ ਲੱਗ ਗਈ। ਸੁਮਨ ਇਸ ਵਾਰ ਵੀ ਕਾਫੀ ਦੇਰ ਬਾਅਦ ਮੇਰੇ ਸਹੁਰੇ ਦੇ ਕਮਰੇ ਤੋਂ ਬਾਹਰ ਆਈ। ਉਸ ਦੀਆਂ ਅੱਖਾਂ ਹਮੇਸ਼ਾ ਵਾਂਗ ਨਮ ਸਨ। ਮੈਂ ਬਾਹਰ ਵਿਹੜੇ ਵਿੱਚ ਵਿਛੇ ਮੰਜੇ 'ਤੇ ਬੈਠੀ ਸੀ। ਮੈਂ ਉਸ ਨੂੰ ਕਿਹਾ, ਸੁਮਨ ਇੱਥੇ ਆ। ਉਹ ਡਰਦੀ ਹੋਈ ਮੇਰੇ ਕੋਲ ਆ ਕੇ ਖੜੀ ਹੋ ਗਈ। ਮੈਂ ਕਿਹਾ, ਸੁਮਨ ਪਿਤਾ ਜੀ ਨੂੰ ਤੇਰੇ ਨਾਲ ਕੀ ਕੰਮ ਸੀ? ਸੁਮਨ ਨੇ ਕਿਹਾ, ਭੈਣ ਜੀ ਉਹਨਾਂ ਨੇ ਆਪਣੀ ਅਲਮਾਰੀ ਸਾਫ਼ ਕਰਵਾਉਣੀ ਸੀ। ਜਵਾਬ ਦੇ ਕੇ ਜਦੋਂ ਹੀ ਉਹ ਜਾਣ ਲੱਗੀ ਤਾਂ ਮੇਰੀ ਆਵਾਜ਼ ਨੇ ਉਸ ਦੇ ਕਦਮ ਰੋਕ ਲਏ। ਮੈਂ ਉਸ ਨੂੰ ਪੁੱਛਿਆ ਕਿ ਇਹ ਤੁਹਾਡੇ ਚਿਹਰੇ 'ਤੇ ਲਾਲ ਨਿਸ਼ਾਨ ਕਿਸ ਤਰ੍ਹਾਂ ਪਿਆ? ਉਹ ਕਹਿਣ ਲੱਗੀ, ਮੈਂ ਅਲਮਾਰੀ ਦੇ ਉੱਪਰੋਂ ਜਾਲੇ ਕੱਢ ਰਹੀ ਸੀ ਤਾਂ ਉੱਪਰੋਂ ਡਿੱਗ ਗਈ। ਉਸਨੇ ਘਬਰਾ ਕੇ ਜਵਾਬ ਦਿੱਤਾ। ਮੈਂ ਕਿਹਾ, ਚਲੋ ਠੀਕ ਹੈ, ਤੁਸੀਂ ਜਾਓ। ਭਾਵੇਂ ਉਸ ਦੇ ਜਵਾਬ ਤੋਂ ਮੈਨੂੰ ਤਸੱਲੀ ਨਹੀਂ ਮਿਲੀ ਸੀ, ਪਰ ਫਿਰ ਵੀ ਮੈਂ ਉਸ ਨੂੰ ਜਾਣ ਦਿੱਤਾ।
ਉਹ ਦਿਨ ਭਰ ਆਪਣੇ ਕੰਮ ਵਿੱਚ ਰੁੱਝੀ ਰਹਿੰਦੀ ਜਾਂ ਪਿਤਾ ਦੇ ਕਮਰੇ ਵਿੱਚ ਮਿਲਦੀ। ਇੱਕ ਸ਼ਾਮ ਉਹ ਮੇਰੇ ਲਈ ਚਾਹ ਬਣਾ ਕੇ ਮੇਰੇ ਕਮਰੇ ਵਿੱਚ ਆਈ। ਉਸ ਸਮੇਂ ਮੇਰਾ ਸਹੁਰਾ ਸ਼ਾਇਦ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਉਸ ਨੂੰ ਅੰਦਰ ਆਉਣ ਲਈ ਕਿਹਾ ਤੇ ਮੈਂ ਆਪਣਾ ਮੋਬਾਈਲ ਇੱਕ ਪਾਸੇ ਰੱਖ ਦਿੱਤਾ। ਉਹ ਬੋਲੀ, ਮੈਂ ਚਾਹ ਲੈ ਆਈ ਸੀ ਤੁਹਾਡੇ ਲਈ। ਮੈਂ ਕਿਹਾ, ਅੱਛਾ, ਇਹਨੂੰ ਇੱਥੇ ਰੱਖ ਦਿਓ। ਉਸਨੇ ਚਾਹ ਦੀ ਟਰੇ ਮੇਰੇ ਸਾਹਮਣੇ ਰੱਖ ਦਿੱਤੀ। ਸੁਮਨ ਨੇ ਕਿਹਾ, ਦੂਜੀ ਚਾਹ ਦਾ ਕੀ ਕਰਾਂ? ਮੈਂ ਇਹ ਚਾਹ ਤੁਹਾਡੇ ਸਹੁਰੇ ਲਈ ਬਣਾਈ ਸੀ ਪਰ ਉਹ ਘਰ ਨਹੀਂ ਹੈ। ਮੈਂ ਕਿਹਾ, ਠੀਕ ਹੈ, ਕੋਈ ਗੱਲ ਨਹੀਂ, ਤੂੰ ਪੀ ਲੈ। ਸਗੋਂ ਤੂੰ ਮੇਰੇ ਕੋਲ ਬੈਠ ਕੇ ਪੀ, ਆਪਾਂ ਕੁਝ ਗੱਲਾਂ ਵੀ ਕਰ ਲਵਾਂਗੇ। ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ, ਕੀ ਹੋਇਆ, ਰੋ ਕਿਉਂ ਰਹੀ ਹੋ? ਉਹ ਕਹਿਣ ਲੱਗੀ, ਕੁਝ ਨਹੀਂ, ਇੰਜ ਹੀ ਮੈਨੂੰ ਆਪਣੀ ਮਾਂ ਦੀ ਯਾਦ ਆ ਗਈ। ਉਸ ਨੇ ਅੱਖਾਂ ਮੀਚ ਕੇ ਕਿਹਾ, ਤੇਰੀ ਮਾਂ ਕਿੱਥੇ ਹੈ? ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਰੱਬ ਦੇ ਕੋਲ। ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਸੀ। ਮੈਂ ਕਿਹਾ, ਤੇ ਤੇਰੇ ਪਿਤਾ ਜੀ? ਮੇਰੀ ਗੱਲ ਸੁਣ ਕੇ ਕੁਝ ਚਿਰ ਉਹ ਚੁੱਪ ਰਹੀ। ਫਿਰ ਉਸ ਨੇ ਕਿਹਾ, ਮੈਂ ਅਨਾਥ ਹਾਂ। ਸੁਮਨ ਨੂੰ ਉਦਾਸ ਦੇਖ ਕੇ ਮੈਂ ਗੱਲ ਬਦਲ ਦਿੱਤੀ। ਮੈਂ ਕਿਹਾ, ਮੈਂ 1-2 ਦਿਨ ਲਈ ਆਪਣੀ ਮਾਂ ਨੂੰ ਮਿਲਣ ਜਾ ਰਹੀ ਹਾਂ। ਸੁਮਨ ਕਹਿੰਦੀ, ਠੀਕ ਹੈ, ਇਸੇ ਲਈ ਤੁਸੀਂ ਬਹੁਤ ਖੁਸ਼ ਦਿਖਾਈ ਦੇ ਰਹੇ ਹੋ। ਹਾਂ, ਕਿਉਂਕਿ ਮੈਂ ਵਿਆਹ ਤੋਂ ਬਾਅਦ ਦੂਜੀ ਵਾਰ ਆਪਣੀ ਮਾਂ ਨੂੰ ਮਿਲਣ ਜਾ ਰਹੀ ਹਾਂ। ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓਗੇ? ਹਾਂ ਚਲੋ, ਮੇਰੇ ਨਾਲ ਮੈਨੂੰ ਤਾਂ ਖੁਸ਼ੀ ਹੋਵੇਗੀ ਜੇ ਤੁਸੀਂ ਮੇਰੇ ਨਾਲ ਆਓਗੇ। ਸੁਮਨ ਨੇ ਕਿਹਾ, ਠੀਕ ਹੈ, ਫਿਰ ਮੈਂ ਤਿਆਰ ਹੋ ਜਾਂਦੀ ਹਾਂ। ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ। ਅੱਜ ਮੈਂ ਉਸ ਨੂੰ ਪਹਿਲੀ ਵਾਰ ਮੁਸਕਰਾਉਂਦੇ ਦੇਖਿਆ। ਉਹ ਘਰ ਦਾ ਸਾਰਾ ਕੰਮ ਜਲਦੀ ਨਿਪਟਾ ਕੇ ਤਿਆਰ ਹੋਣ ਲਈ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਅਰਮਾਨ ਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਿਲਣ ਜਾ ਰਹੀ ਹਾਂ ਤੇ ਸੁਮਨ ਨੂੰ ਵੀ ਆਪਣੇ ਨਾਲ ਲੈ ਕੇ ਜਾ ਰਹੀ ਹਾਂ। ਉੱਥੇ ਜਾ ਕੇ ਉਹ ਕੀ ਕਰੇਗੀ? ਅਰਮਾਨ ਨੇ ਕਿਹਾ, ਹਾਂ ਕੋਮਲ ਬੇਟਾ, ਸੁਮਨ ਨੂੰ ਲਿਜਾ ਕੇ ਕੀ ਕਰੇਗੀ? ਮੇਰੇ ਸਹੁਰੇ ਨੇ ਕਿਹਾ, ਜੇ ਪਿੱਛੇ ਤੋਂ ਕੋਈ ਕੰਮ ਪੈ ਗਿਆ ਤਾਂ ਕੌਣ ਕਰੇਗਾ? ਤੁਸੀਂ ਇਕੱਲੇ ਹੀ ਚਲੇ ਜਾਓ, ਕਿਸੇ ਨੂੰ ਤਾਂ ਰਹਿਣ ਦਿਓ। ਪਰ ਪਿਤਾ ਜੀ ਮੇਰੀ ਗੱਲ ਨੂੰ ਵਿਚਕਾਰ ਹੀ ਕੱਢਦੇ ਹੋਏ ਅਰਮਾਨ ਨੇ ਕਿਹਾ, ਹੁਣ ਪਿਤਾ ਜੀ ਨਾਲ ਬਹਿਸ ਨਾ ਕਰ, ਤੂੰ ਜਾ, ਤੇਰੀ ਮਾਂ ਤੇਰੀ ਉਡੀਕ ਕਰ ਰਹੀ ਹੋਵੇਗੀ। ਉਹ ਰਸੋਈ ਵਿੱਚ ਖੜੀ ਸੀ ਤੇ ਸਾਡੀਆਂ ਗੱਲਾਂ ਵੀ ਸੁਣ ਰਹੀ ਸੀ। ਮੈਂ ਉਸ ਕੋਲ ਜਾ ਕੇ ਕਿਹਾ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੀ। ਮੇਰੀ ਗੱਲ ਸੁਣ ਕੇ ਉਹ ਮੁਸਕਰਾਈ ਅਤੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਮਾफ़ੀ ਕਿਉਂ ਮੰਗ ਰਹੇ ਹੋ? ਸੁਮਨ ਦੇ ਚਿਹਰੇ ਤੇ ਮੁਸਕਰਾਹਟ ਸੀ। ਮੈਨੂੰ ਬੜਾ ਅਜੀਬ ਲੱਗਾ ਕਿ ਉਹ ਪਹਿਲਾਂ ਇਹ ਕੁੜੀ ਇਸ ਘਰ ਵਿੱਚ ਡਰ ਕੇ ਰਹਿੰਦੀ ਸੀ ਤੇ ਹੁਣ ਮੇਰੇ ਤੋਂ ਬਿਨਾਂ ਘਰ ਵਿੱਚ ਇਕੱਲੀ ਰਹਿਣ ਤੇ ਖੁਸ਼ ਦਿਖਾਈ ਦੇ ਰਹੀ ਹੈ। ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਹੁਣ ਇਹ ਤਾਂ ਨਹੀਂ ਕਿ ਸੁਮਨ ਨੂੰ ਵੀ ਪਿਤਾ ਜੀ ਨਾਲ ਰਹਿ ਕੇ ਮਜ਼ਾ ਆਉਣ ਲੱਗਾ ਹੋਵੇ। ਅਰਮਾਨ ਕਾਰ ਦੇ ਹਾਰਨ ਬਾਹਰ ਲਗਾਤਾਰ ਵਜਾ ਰਿਹਾ ਸੀ। ਮੈਂ ਜਲਦੀ ਬਾਹਰ ਨਿਕਲੀ। ਮਾਂ ਦੇ ਘਰ ਜਾ ਕੇ ਵੀ ਮੈਨੂੰ ਸ਼ਾਂਤੀ ਨਹੀਂ ਮਿਲੀ। ਸਾਰੀ ਰਾਤ ਚੈਨ ਨਾਲ ਨਾ ਸੌਂ ਸਕੀ ਅਤੇ ਅਗਲੇ ਦਿਨ ਸਵੇਰੇ ਹੀ ਆਪਣੇ ਘਰ ਵਾਪਸ ਆਈ। ਜਦੋਂ ਮੈਂ ਘਰ ਆਈ ਤਾਂ ਘਰ ਦੀ ਹਾਲਤ ਦੇਖ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ। ਸੁਮਨ ਬੁਖਾਰ ਨਾਲ ਤਪ ਰਹੀ ਸੀ ਅਤੇ ਮੇਰਾ ਪਤੀ ਅਰਮਾਨ ਉਸ ਦੇ ਸਿਰ ਤੇ ਠੰਡੀਆਂ ਪੱਟੀਆਂ ਰੱਖ ਰਿਹਾ ਸੀ। ਇਸ ਦਾ ਮਤਲਬ ਹੈ ਕਿ ਪਿਤਾ ਦੇ ਨਾਲ ਹੁਣ ਅਰਮਾਨ ਨੇ ਵੀ ਸੁਮਨ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਸਭ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ ਤੇ ਮੈਂ ਕਿਹਾ ਕਿ ਇਹ ਸਭ ਕੀ ਹੋ ਰਿਹਾ ਹੈ? ਤੂੰ ਸੁਮਨ ਕੋਲ ਕਿਉਂ ਬੈਠਾ ਹੈ? ਅਚਾਨਕ ਮੈਨੂੰ ਦੇਖ ਕੇ ਅਰਮਾਨ ਘਬਰਾ ਗਿਆ ਅਤੇ ਕਹਿਣ ਲੱਗਾ ਕਿ ਇਸ ਦੀ ਸਿਹਤ ਠੀਕ ਨਹੀਂ ਸੀ। ਪਾਪਾ ਜੀ ਵੀ ਘਰ ਨਹੀਂ ਸਨ। ਬੁਖਾਰ ਬਹੁਤ ਤੇਜ਼ ਸੀ, ਇਸ ਲਈ ਉਹ ਮੱਥੇ ਤੇ ਠੰਡੀਆਂ ਪੱਟੀਆਂ ਰੱਖ ਰਿਹਾ ਸੀ। ਪਰ ਜਿਸ ਤਰ੍ਹਾਂ ਅਰਮਾਨ ਅੱਖਾਂ ਝੁਕਾ ਕੇ ਗੱਲ ਕਰ ਰਿਹਾ ਸੀ, ਮੈਨੂੰ ਜ਼ਰੂਰ ਦਾਲ ਵਿੱਚ ਕੁਝ ਕਾਲਾ ਮਹਿਸੂਸ ਹੋਇਆ। ਇਸ ਦੌਰਾਨ ਅਰਮਾਨ ਮੇਰੇ ਤੋਂ ਅੱਖਾਂ ਚੁਰਾਉਂਦਾ ਹੋਇਆ ਬਾਹਰ ਚਲਾ ਗਿਆ। ਮੈਂ ਥੋੜੀ ਜਿਹੀ ਉੱਚੀ ਆਵਾਜ਼ ਵਿੱਚ ਸੁਮਨ ਨੂੰ ਪੁੱਛਿਆ, ਤੈਨੂੰ ਕੀ ਹੋਇਆ ਸੁਮਨ? ਸੁਮਨ ਵੀ ਸ਼ਾਇਦ ਡਰ ਗਈ ਸੀ। ਕਹਿਣ ਲੱਗੀ, ਕੁਝ ਨਹੀਂ, ਬਸ ਮੌਸਮੀ ਬੁਖਾਰ ਹੈ। ਮੈਂ ਉਸ ਨੂੰ ਛੂਹ ਕੇ ਦੇਖਿਆ। ਉਸ ਦਾ ਸਰੀਰ ਨਾਰਮਲ ਤਾਪਮਾਨ ਤੇ ਸੀ। ਮੈਂ ਕਿਹਾ, ਤੈਨੂੰ ਬੁਖਾਰ ਬਿਲਕੁਲ ਨਹੀਂ ਹੈ। ਸੁਮਨ ਨੇ ਕਿਹਾ ਕਿ ਅਰਮਾਨ ਜੀ ਕਾਫੀ ਦੇਰ ਤੋਂ ਮੇਰੇ ਸਿਰ ਤੇ ਠੰਡੀਆਂ ਪੱਟੀਆਂ ਰੱਖ ਰਹੇ ਸਨ, ਜਿਸ ਕਾਰਨ ਬੁਖਾਰ ਉਤਰ ਗਿਆ ਹੈ। ਉਹ ਇਹ ਕਹਿੰਦੇ ਹੋਏ ਰਸੋਈ ਵਿੱਚ ਚਲੀ ਗਈ ਕਿ ਮੈਂ ਤੁਹਾਡੇ ਲਈ ਚਾਹ ਬਣਾ ਦਿੰਨੀ ਆ। ਇੱਕ ਦਿਨ ਮੈਂ ਸੁਮਨ ਨੂੰ ਪੁੱਛਿਆ, ਜੇ ਮੈਂ ਇੱਕ ਗੱਲ ਪੁੱਛਾਂ ਤਾਂ ਮੈਨੂੰ ਸੱਚ-ਸੱਚ ਜਵਾਬ ਦੇਵੀਂ। ਸੁਮਨ ਨੇ ਕਿਹਾ, ਹਾਂ ਪੁੱਛੋ। ਮੈਂ ਕਿਹਾ, ਸੱਚ ਦੱਸ,
ਤੁਸੀਂ ਰੋਜ਼ ਰਾਤ ਨੂੰ ਪਿਤਾ ਜੀ ਦੇ ਕਮਰੇ ਵਿੱਚ ਕਿਉਂ ਜਾਂਦੇ ਹੋ? ਆਖਰਕਾਰ ਉਹ ਹਰ ਰਾਤ ਤੁਹਾਡੇ ਤੋਂ ਕਿਸ ਤਰ੍ਹਾਂ ਦੇ ਕੰਮ ਕਰਵਾਉਂਦਾ ਹੈ? ਮੇਰੀ ਗੱਲ ਸੁਣ ਕੇ ਸੁਮਨ ਪੂਰੀ ਤਰ੍ਹਾਂ ਡਰ ਗਈ। ਮੈਂ ਕਿਹਾ, ਚਿੰਤਾ ਨਾ ਕਰੋ, ਤੁਸੀਂ ਮੈਨੂੰ ਆਪਣੀ ਭੈਣ ਸਮਝ ਕੇ ਸਭ ਕੁਝ ਦੱਸ ਸਕਦੇ ਹੋ। ਨਹੀਂ ਭੈਣ ਜੀ, ਅਜਿਹਾ ਕੁਝ ਨਹੀਂ ਹੈ। ਕਈ ਵਾਰ ਸਾਹਿਬ ਦੇ ਪੈਰਾਂ ਨੂੰ ਦਬਾਉਣਾ ਹੁੰਦਾ ਹੈ ਅਤੇ ਕਈ ਵਾਰ ਸਿਰ ਦੀ ਮਾਲਿਸ਼ ਕਰਨੀ ਹੁੰਦੀ ਹੈ, ਇਸੇ ਲਈ ਉਹ ਬੁਲਾ ਲੈਂਦੇ ਨੇ। ਸੁਮਨ ਚਲੀ ਗਈ ਸੀ, ਪਰ ਮੈਂ ਸੋਚਿਆ ਕਿ ਮੈਂ ਸੱਚਾਈ ਪਤਾ ਕਰਕੇ ਹੀ ਰਹੂੰਗੀ। ਬਹੁਤ ਹੋ ਗਿਆ ਇਹ ਚੂਹੇ ਬਿੱਲੀ ਦਾ ਖੇਲ। ਹੁਣ ਮੈਨੂੰ ਅਰਮਾਨ 'ਤੇ ਵੀ ਸ਼ੱਕ ਹੋਣ ਲੱਗ ਗਿਆ ਸੀ ਅਤੇ ਅਗਲੇ ਹੀ ਦਿਨ ਮੈਨੂੰ ਇਹ ਮੌਕਾ ਮਿਲ ਗਿਆ। ਸਬਜ਼ੀ ਕੱਟਦੇ ਹੋਏ ਸੁਮਨ ਦਾ ਹੱਥ ਜ਼ਖਮੀ ਹੋ ਗਿਆ। ਮੈਂ ਕਿਹਾ, ਤੁਸੀਂ ਅਜਿਹਾ ਕਰੋ, ਕਮਰੇ ਵਿੱਚ ਜਾ ਕੇ ਆਰਾਮ ਕਰੋ। ਜੇਕਰ ਪਾਪਾ ਜੀ ਨੂੰ ਕੋਈ ਕੰਮ ਹੋਵੇਗਾ ਤਾਂ ਮੈਂ ਉਹਨਾਂ ਨੂੰ ਕਹਿ ਦੇਵਾਂਗੀ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਸੁਮਨ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਉਹ ਖਾਣਾ ਖਾ ਕੇ ਵਿਹਲੇ ਹੋਏ ਤਾਂ ਪਿਤਾ ਜੀ ਆਪਣੇ ਕਮਰੇ ਵਿੱਚ ਜਾਣ ਲੱਗੇ ਅਤੇ ਕਹਿਣ ਲੱਗੇ, ਕੋਮਲ ਪੁੱਤਰ, ਅਜਿਹਾ ਕਰ, ਸੁਮਨ ਨੂੰ ਮੇਰੇ ਕਮਰੇ ਵਿੱਚ ਭੇਜ ਦੇ। ਠੀਕ ਹੈ ਪਾਪਾ ਜੀ। ਜਿਵੇਂ ਹੀ ਅਰਮਾਨ ਕਮਰੇ ਵਿੱਚ ਗਿਆ, ਮੈਂ ਜਲਦੀ ਨਾਲ ਸਾਰੇ ਘਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਸੁਮਨ ਦੀ ਬਜਾਏ ਮੈਂ ਪਾਪਾ ਜੀ ਦੇ ਕਮਰੇ ਵਿੱਚ ਚਲੀ ਗਈ। ਮੈਂ ਜਾਣਨਾ ਚਾਹੁੰਦੀ ਸੀ ਕਿ ਸੁਮਨ ਤੇ ਪਾਪਾ ਜੀ ਹਰ ਰਾਤ ਕਮਰੇ ਵਿੱਚ ਇਕੱਲੇ ਕੀ ਕਰਦੇ ਹਨ। ਮੈਂ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ। ਕਮਰੇ ਵਿੱਚ ਹਨੇਰਾ ਸੀ। ਚੰਨ ਦੀ ਰੋਸ਼ਨੀ ਖਿੜਕੀ ਰਾਹੀਂ ਅੰਦਰ ਆ ਰਹੀ ਸੀ, ਪਰ ਇੰਨੀ ਨਹੀਂ ਸੀ ਕਿ ਪਿਤਾ ਜੀ ਮੈਨੂੰ ਪਛਾਣ ਸਕਣ। ਦਰਵਾਜ਼ਾ ਖੋਲ੍ਹਦਿਆਂ ਹੀ ਮੈਂ ਅੰਦਰ ਚਲੀ ਗਈ। ਪਿਤਾ ਜੀ ਨੇ ਕਿਹਾ, ਸੁਮਨ ਆ ਗਈ? ਅੱਜ ਤੈਨੂੰ ਇੰਨੀ ਦੇਰ ਕਿਉਂ ਲੱਗ ਗਈ? ਮੈਂ ਉੱਥੇ ਖੜੀ ਰਹੀ ਅਤੇ ਅੱਗੇ ਨਹੀਂ ਗਈ। ਪਾਪਾ ਜੀ ਨੇ ਫਿਰ ਕਿਹਾ, ਸੁਮਨ ਸ਼ਰਮਾ ਨਾ, ਮੇਰੇ ਕੋਲ ਆ ਕੇ ਬੈਠ। ਸੁਮਨ, ਤੇਰੀ ਅਜੀ ਆਦਤ ਪੈ ਗਈ ਹੈ ਕਿ ਤੇਰੇ ਬਿਨਾਂ ਇੱਕ ਪਲ ਵੀ ਸ਼ਾਂਤੀ ਨਹੀਂ ਮਿਲਦੀ। ਜਦੋਂ ਵੀ ਤੂੰ ਮੇਰੇ ਨੇੜੇ ਹੁੰਨੀ ਆ, ਇਉਂ ਲੱਗਦਾ ਹੈ ਜਿਵੇਂ ਮੇਰੀ ਜਵਾਨੀ ਮੁੜ ਪਰਤ ਆਈ ਹੋਵੇ। ਮੇਰੇ ਸਹੁਰੇ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ। ਇਸ ਤੋਂ ਇਲਾਵਾ ਕਿ ਮੇਰਾ ਸਹੁਰਾ ਮੇਰੇ ਨਾਲ ਕੋਈ ਹੋਰ ਹਰਕਤ ਕਰੇ। ਮੈਂ ਗੁੱਸੇ ਨਾਲ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ਪਾਪਾ ਜੀ, ਮੈਂ ਕੋਮਲ ਹਾਂ। ਉਸ ਗੁੱਸੇ ਦੀ ਹਾਲਤ ਵਿੱਚ ਮੈਂ ਬਾਹਰ ਆ ਕੇ ਸਵਿੱਚ ਛੱਡ ਦਿੱਤਾ। ਸਾਰੇ ਘਰ ਵਿੱਚ ਰੌਸ਼ਨੀ ਆ ਗਈ। ਮੇਰੇ ਸਹੁਰੇ ਦੀ ਹਾਲਤ ਵਿਗੜ ਚੁੱਕੀ ਸੀ। ਉਹ ਦੌੜਦਾ ਮੇਰੇ ਕੋਲ ਆਇਆ। ਮੈਨੂੰ ਆਪਣੇ ਸਹੁਰੇ 'ਤੇ ਗੁੱਸਾ ਸੀ। ਪਾਪਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਛੋਟੀ ਬੱਚੀ ਨਾਲ ਅਜਿਹਾ ਗਲਤ ਕੰਮ ਕਰਦੇ ਹੋਏ? ਤੇ ਤੁਸੀਂ ਉਸ ਛੋਟੀ ਕੁੜੀ ਨੂੰ ਵੀ ਨਹੀਂ ਬਖਸ਼ਿਆ ਜੋ ਤੁਹਾਡੇ ਤੋਂ 3 ਗੁਣਾ ਛੋਟੀ ਹੈ। ਮੇਰੀਆਂ ਚੀਕਾਂ ਸੁਣ ਕੇ ਅਰਮਾਨ ਵੀ ਕਮਰੇ ਤੋਂ ਬਾਹਰ ਆ ਗਿਆ। ਮੇਰੇ ਪਾਪਾ ਜੀ ਤਾਂ ਕੁਝ ਨਹੀਂ ਬੋਲ ਰਹੇ ਸਨ, ਉਹ ਸਿਰਫ ਅੱਖਾਂ ਨੀਵੀਆਂ ਕਰਕੇ ਖੜੇ ਸਨ। ਅਰਮਾਨ ਨੇ ਪੁੱਛਿਆ, ਕੀ ਗੱਲ ਹੈ? ਇੰਨੀ ਦੇਰ ਰਾਤ ਕੀ ਹੋ ਰਿਹਾ ਹੈ? ਮੈਂ ਕਿਹਾ, ਹੁਣ ਮੈਂ ਸਿਰਫ ਘਰ ਵਿੱਚ ਰੌਲਾ ਪਾ ਰਹੀ ਹਾਂ। ਹੁਣ ਮੈਂ ਬਾਹਰ ਜਾ ਕੇ ਵੀ ਸਾਰਿਆਂ ਨੂੰ ਦੱਸਾਂਗੀ ਕਿ ਤੁਹਾਡੇ ਪਿਓ ਦਾ ਚਿਹਰਾ ਬਾਸਨਾ ਵਿੱਚ ਲਿਪਟਿਆ ਹੋਇਆ ਹੈ। ਹੁਣ ਮੈਨੂੰ ਡਰ ਲੱਗ ਰਿਹਾ ਹੈ ਕਿ ਇਸ ਘਰ ਵਿੱਚ ਮੇਰੀ ਇੱਜ਼ਤ ਸੁਰੱਖਿਅਤ ਹੈ ਜਾਂ ਨਹੀਂ। ਇਹ ਆਦਮੀ ਤਾਂ ਇੰਨਾ ਬਾਸਨਾ ਨਾਲ ਭਰਿਆ ਹੋਇਆ ਹੈ ਕਿ ਇਹ ਆਪਣੇ ਤੋਂ 3 ਗੁਣਾ ਛੋਟੀ ਕੁੜੀਆਂ ਨੂੰ ਵੀ ਨਹੀਂ ਛੱਡਦਾ। ਤਾਂ ਜਦੋਂ ਇਸ ਨੂੰ ਮੌਕਾ ਮਿਲੇਗਾ ਕਿ ਇਹ ਮੈਨੂੰ ਛੱਡ ਦੇਵੇਗਾ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਅਰਮਾਨ ਦਾ ਹੱਥ ਉੱਠਿਆ ਤੇ ਮੇਰੀ ਗੱਲ 'ਤੇ ਨਿਸ਼ਾਨ ਪੈ ਗਿਆ। ਮੈਂ ਆਪਣੀ ਗੱਲ ਫੜੀ ਅਰਮਾਨ ਵੱਲ ਦੇਖ ਰਹੀ ਸੀ। ਇਹ ਕਿਹੋ ਜਿਹਾ ਇਨਸਾਫ ਹੈ? ਜੋ ਗਲਤ ਕਰੇ ਉਸ ਦਾ ਬਚਾਅ ਕਰੋ ਅਤੇ ਸੱਚ ਦਾ ਸਾਥ ਦੇਣ ਵਾਲੇ ਨੂੰ ਸਜ਼ਾ ਦਿਓ। ਮੈਂ ਰੋਂਦੀ ਹੋਈ ਨੇ ਕਿਹਾ ਕਿ ਅਰਮਾਨ, ਮੈਂ ਕਿਵੇਂ ਭੁੱਲ ਗਈ ਕਿ ਤੂੰ ਵੀ ਇਸ ਬਾਪ ਦਾ ਹੀ ਪੁੱਤ ਹੈ। ਮੈਨੂੰ ਲੱਗਦਾ ਹੈ ਕਿ ਪਿਓ ਦੇ ਨਾਲ ਤੂੰ ਵੀ ਪੂਰੇ ਮਜ਼ੇ ਲੈਣਾ ਹੈ। ਮੈਂ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਵੀ ਅਰਮਾਨ ਨੇ ਫਿਰ ਮੇਰੇ 'ਤੇ ਹੱਥ ਉਠਾਇਆ, ਪਰ ਇਸ ਵਾਰ ਹੱਥ ਹਵਾ ਵਿੱਚ ਹੀ ਰੋਕ ਲਿਆ ਤੇ ਕਿਹਾ ਕਿ ਕੋਮਲ, ਜਿਸ ਗੱਲ ਦੀ ਜਾਣਕਾਰੀ ਨਾ ਹੋਵੇ ਤੁਹਾਨੂੰ ਉਸ ਬਾਰੇ ਨਹੀਂ ਬੋਲਣਾ ਚਾਹੀਦਾ। ਤੁਸੀਂ ਪੂਰਾ ਸੱਚ ਨਹੀਂ ਜਾਣਦੇ। ਮੈਂ ਤੁਹਾਨੂੰ ਦੱਸਦਾ ਹਾਂ ਸੱਚ ਕੀ ਹੈ। ਅਸਲ ਵਿੱਚ ਸੁਮਨ ਦੀ ਮਾਂ ਦੀ ਮੌਤ ਹੋ ਗਈ ਸੀ। ਸੁਮਨ ਦਾ ਪਿਤਾ ਇੱਕ ਸ਼ਰਾਬੀ ਅਤੇ ਜੁਆਰੀ ਸੀ ਅਤੇ ਉਸਨੇ ਸੁਮਨ ਨੂੰ ਪੈਸਿਆਂ ਲਈ ਵੇਚ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਸੁਮਨ ਦੇ ਪਿਤਾ ਉਸ ਨੂੰ ਜੁਆਰੀ ਦੇ ਹਵਾਲੇ ਕਰਦੇ, ਪਾਪਾ ਜੀ ਪਹੁੰਚ ਗਏ ਅਤੇ ਸੁਮਨ ਦੇ ਪਿਤਾ ਨੂੰ ਪੈਸੇ ਦੇ ਕੇ ਸੁਮਨ ਨਾਲ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ ਅਤੇ ਸੁਮਨ ਉਹਨਾਂ ਦੀ ਪਤਨੀ ਹੈ। ਪਾਪਾ ਜੀ ਕਿਸੇ ਕੰਮ ਲਈ ਨੇੜਲੇ ਪਿੰਡ ਗਏ ਹੋਏ ਸਨ। ਉੱਥੇ ਹੀ ਇਹ ਸਾਰਾ ਮਾਮਲਾ ਵਾਪਰਿਆ, ਜਿਸ ਵਿੱਚ ਸੁਮਨ ਦੇ ਪਿਤਾ ਵੱਲੋਂ ਸੁਮਨ ਨੂੰ ਜੁਆਰੀ ਨੂੰ ਵੇਚਿਆ ਗਿਆ ਸੀ। ਉਹ ਜੁਆਰੀ ਪਿੰਡ ਦੇ ਠਾਕੁਰ ਦਾ ਭਰਾ ਸੀ। ਉਹ ਕਿਸੇ ਵੀ ਕੀਮਤ 'ਤੇ ਸੁਮਨ ਨੂੰ ਛੱਡਣਾ ਨਹੀਂ ਚਾਹੁੰਦਾ ਸੀ।
ਉਹਨਾਂ ਦਾ ਮੇਰੇ ਪਿਤਾ ਨਾਲ ਝਗੜਾ ਵੀ ਹੋਇਆ ਸੀ। ਪਿਤਾ ਜੀ ਚਾਹੁੰਦੇ ਸਨ ਕਿ ਸੁਮਨ ਦਾ ਵਿਆਹ ਪਿੰਡ ਦੇ ਹੀ ਕਿਸੇ ਲੜਕੇ ਨਾਲ ਕਰ ਦਿੱਤਾ ਜਾਵੇ ਤਾਂ ਜੋ ਉਹ ਸੁਰੱਖਿਅਤ ਰਹੇ, ਪਰ ਪਿੰਡ ਦਾ ਕੋਈ ਵੀ ਮੁੰਡਾ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ, ਕਿਉਂਕਿ ਠਾਕਰ ਦਾ ਪੂਰੇ ਪਿੰਡ ਤੇ ਦਬਦਬਾ ਸੀ। ਪਿਤਾ ਜੀ ਸੁਮਨ ਨੂੰ ਉਸ ਪਿੰਡ ਵਿੱਚ ਨਹੀਂ ਛੱਡ ਸਕਦੇ ਸੀ ਤੇ ਨਾ ਹੀ ਇੱਕ ਜਵਾਨ ਕੁੜੀ ਨੂੰ ਆਪਣੇ ਘਰ ਵਿੱਚ ਰੱਖ ਸਕਦੇ ਸੀ। ਸੁਮਨ ਦੀ ਜਾਨ ਬਚਾਉਣ ਲਈ ਪਿਤਾ ਜੀ ਨੇ ਮਜਬੂਰੀ ਵਿੱਚ ਉਸ ਨਾਲ ਪਿੰਡ ਦੇ ਮੰਦਿਰ ਵਿੱਚ ਵਿਆਹ ਕਰਵਾ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਲੋਕ ਮੈਨੂੰ ਅਤੇ ਮੇਰੀ ਪਤਨੀ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਭਾਵੇਂ ਪੁਲਿਸ ਠਾਕੁਰ ਨਾਲ ਮਿਲੀ ਹੋਈ ਸੀ, ਪਰ ਜਦੋਂ ਪਿਤਾ ਜੀ ਦਾ ਵਿਆਹ ਹੋ ਗਿਆ ਤਾਂ ਪੁਲਿਸ ਕੁਝ ਨਹੀਂ ਕਰ ਸਕੀ, ਕਿਉਂਕਿ ਸੁਮਨ 18 ਸਾਲ ਪੂਰੇ ਕਰਨ ਵਾਲੀ ਸੀ ਅਤੇ ਉਹ ਬਾਲਗ ਹੋ ਚੁੱਕੀ ਸੀ। ਪਾਪਾ ਨੇ ਮੈਨੂੰ ਇਹ ਸਾਰੀ ਘਟਨਾ ਦੱਸੀ ਸੀ ਅਤੇ ਇਹ ਵੀ ਕਿਹਾ ਸੀ ਕਿ ਤੁਸੀਂ ਕੋਮਲ ਨੂੰ ਵੀ ਸਭ ਕੁਝ ਸਮਝਾ ਦਿਓ, ਪਰ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਹੁਣ ਕੋਮਲ ਨੂੰ ਕੁਝ ਨਾ ਦੱਸੋ, ਪਹਿਲਾਂ ਕੋਮਲ ਨੂੰ ਸਾਡੇ ਮਾਹੌਲ ਵਿੱਚ ਢਲ ਲੈਣ ਦਿਓ, ਉਹ ਸਾਨੂੰ ਥੋੜਾ ਸਮਝ ਲਵੇ, ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਕੋਮਲ ਨੂੰ ਸਭ ਕੁਝ ਦੱਸਾਂਗੇ, ਕਿਉਂਕਿ ਤੂੰ ਨਵੀਂ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ ਸੀ ਅਤੇ ਫਿਰ ਪਤਾ ਨਹੀਂ ਤੂੰ ਸਾਡੇ ਬਾਰੇ ਕੀ ਸੋਚਦੀ। ਤੁਸੀਂ ਸ਼ਾਇਦ ਸੋਚਦੇ ਕਿ ਅਸੀਂ ਝੂਠ ਬੋਲ ਰਹੇ ਹਾਂ। ਅਰਮਾਨ ਦੀਆਂ ਗੱਲਾਂ ਸੁਣ ਕੇ ਸ਼ਰਮ ਨਾਲ ਮੇਰੀਆਂ ਅੱਖਾਂ ਝੁਕ ਗਈਆਂ। ਮੈਂ ਕੁਝ ਬੋਲ ਨਾ ਸਕੀ। ਮੈਂ ਅਰਮਾਨ ਅਤੇ ਮੇਰੇ ਸਹੁਰੇ ਨਾਲ ਅੱਖਾਂ ਨਹੀਂ ਮਿਲਾ ਪਾ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਕਿਹਾ ਕਿ ਅਰਮਾਨ ਮੈਨੂੰ ਮਾਫ਼ ਕਰ ਦਿਓ। ਅਰਮਾਨ ਬੋਲੇ, ਮਾफ़ੀ ਮੇਰੇ ਤੋਂ ਨਹੀਂ, ਪਿਤਾ ਜੀ ਤੋਂ ਮੰਗ। ਮੈਂ ਪਿਤਾ ਜੀ ਤੋਂ ਮਾफ़ੀ ਮੰਗੀ। ਮੇਰਾ ਸਹੁਰਾ ਬਹੁਤ ਚੰਗਾ ਸੀ। ਉਸਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾफ़ ਕਰ ਦਿੱਤਾ। ਜਿਵੇਂ ਹੀ ਮੇਰੇ ਸਹੁਰੇ ਨੇ ਮਾफ़ ਕੀਤਾ, ਅਰਮਾਨ ਨੇ ਵੀ ਮੈਨੂੰ ਮਾफ़ ਕਰ ਦਿੱਤਾ। ਅਰਮਾਨ ਨੇ ਕਿਹਾ, ਇਸੇ ਲਈ ਕਹਿੰਦੇ ਹਨ ਕਿ ਬਿਨਾਂ ਪੂਰੀ ਗੱਲ ਜਾਣੇ ਕੋਈ ਫੈਸਲਾ ਨਾ ਲਓ, ਨਹੀਂ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ। ਅਰਮਾਨ ਅਤੇ ਪਾਪਾ ਜੀ ਆਪੋ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਮੈਂ ਵੀ ਉੱਠ ਕੇ ਸੁਮਨ ਦੇ ਕਮਰੇ ਵਿੱਚ ਚਲੀ ਗਈ। ਸੁਮਨ ਲੇਟ ਗਈ ਸੀ। ਮੈਂ ਸੁਮਨ ਦੇ ਕੋਲ ਬੈਠ ਗਈ ਅਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਕਿਹਾ, ਸੁਮਨ ਮੈਨੂੰ ਮਾफ़ ਕਰ ਦੇ, ਮੈਂ ਤੁਹਾਨੂੰ ਵੀ ਗਲਤ ਸਮਝਿਆ। ਸੁਮਨ ਝੱਟ ਉੱਠ ਕੇ ਬੈਠ ਗਈ। ਸੁਮਨ ਮੇਰੇ ਵੱਲ ਨਾ ਸਮਝੀ ਨਾਲ ਦੇਖਣ ਲੱਗੀ। ਸ਼ਰਮਿੰਦਾ ਹੋ ਕੇ ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਸੁਮਨ ਮੁਸਕਰਾਈ ਤੇ ਕਹਿਣ ਲੱਗੀ, ਮੈਂ ਜਾਣਦੀ ਸੀ ਕਿ ਤੁਸੀਂ ਮੇਰੇ ਅਤੇ ਆਪਣੇ ਸਹੁਰੇ ਬਾਰੇ ਕੀ ਸੋਚਦੇ ਹੋ, ਪਰ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ। ਤੁਹਾਨੂੰ ਮੇਰੇ ਤੋਂ ਮਾफ़ੀ ਮੰਗਣ ਦੀ ਕੋਈ ਲੋੜ ਨਹੀਂ, ਕਿਉਂਕਿ ਅਜੇ ਹਾਲਾਤਾਂ ਵਿੱਚ ਤੁਹਾਡਾ ਸ਼ੱਕੀ ਹੋਣਾ ਸਹੀ ਸੀ। ਮੈਂ ਸੁਮਨ ਨੂੰ ਪੁੱਛਿਆ, ਸੁਮਨ ਫਿਰ ਤੂੰ ਇੰਨੀ ਡਰੀ ਕਿਉਂ ਰਹਿੰਦੀ ਸੀ? ਸੁਮਨ ਕਹਿਣ ਲੱਗੀ, ਮੈਨੂੰ ਡਰ ਸੀ ਕਿ ਕਿਤੇ ਇਹ ਘਰ ਵੀ ਮੇਰੇ ਕੋਲੋਂ ਖੋ ਨਾ ਜਾਵੇ। ਮੁੜ ਆਪਣੇ ਪਿਤਾ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਇੱਥੇ ਬਹੁਤ ਖੁਸ਼ ਹਾਂ, ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਤੇਰਾ ਸਹੁਰਾ ਵੀ ਮੇਰਾ ਬਹੁਤ ਖਿਆਲ ਰੱਖਦਾ ਹੈ ਤੇ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਚੰਗਾ ਅਤੇ ਪਿਆਰ ਕਰਨ ਵਾਲਾ ਜੀਵਨ ਸਾਥੀ ਮਿਲੇਗਾ। ਮੇਰਾ ਮੰਨਣਾ ਹੈ ਕਿ ਉਹ ਮੇਰੇ ਤੋਂ ਵੱਡਾ ਹੈ, ਪਰ ਜਦੋਂ ਮਨ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਤਾਂ ਉਮਰ ਦੇ ਫਾਸਲੇ ਆਪਣੇ ਆਪ ਮਿਟ ਜਾਂਦੇ ਹਨ। ਜਦੋਂ ਵੀ ਮੈਂ ਤੇਰੇ ਸਹੁਰੇ ਦੇ ਕਮਰੇ ਵਿੱਚ ਜਾਂਦੀ ਸੀ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ। ਕਦੇ-ਕਦੇ ਉਹ ਹੰਝੂ ਖੁਸ਼ੀ ਦੇ ਹੁੰਦੇ ਸਨ ਤੇ ਕਦੇ ਉਦਾਸੀ ਦੇ ਇਸ ਲਈ ਕਿਉਂਕਿ ਮੈਨੂੰ ਆਪਣੇ ਪਿਤਾ ਦੇ ਕਾਲੇ ਕਾਰਨਾਮੇ ਯਾਦ ਆ ਜਾਂਦੇ ਸਨ। ਕਈ ਵਾਰ ਮੈਂ ਮਾਂ ਨੂੰ ਯਾਦ ਕਰਕੇ ਰੋਣ ਲੱਗ ਪੈਂਦੀ, ਪਰ ਤੇਰੇ ਸਹੁਰੇ ਨੇ ਮੇਰਾ ਬਹੁਤ ਸਾਥ ਦਿੱਤਾ। ਉਸ ਨੇ ਮੇਰੀਆਂ ਸਾਰੀਆਂ ਬੁਰੀਆਂ ਯਾਦਾਂ ਨੂੰ ਮੇਰੇ ਦਿਲ ਅਤੇ ਦਿਮਾਗ ਤੋਂ ਹਟਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ। ਬਹੁਤ ਚੰਗੇ ਹਨ, ਉਹ ਮੇਰੇ ਲਈ ਦੇਵਤਾ ਵਰਗੇ ਹਨ। ਇਸੇ ਲਈ ਸ਼ਾਇਦ ਮੇਰਾ ਰੋਂਦਾ ਚਿਹਰਾ ਦੇਖ ਕੇ ਤੁਸੀਂ ਸੋਚਿਆ ਹੋਵੇਗਾ ਕਿ ਇੱਥੇ ਮੈਂ ਉਦਾਸ, ਪਰੇਸ਼ਾਨ ਅਤੇ ਹਰ ਸਮੇਂ ਰੋਂਦੀ ਰਹਿੰਦੀ ਹਾਂ। ਸੁਮਨ ਦਾ ਦਿਲ ਮੇਰੇ ਲਈ ਮਾੜਾ ਨਹੀਂ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ। ਅਸੀਂ ਦੋਵੇਂ ਨੂੰਹ ਸੱਸ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿਣ ਲੱਗ ਪਈਆਂ। ਉਸ ਨੇ ਖੁਦ ਹੀ ਮੈਨੂੰ ਇਨਕਾਰ ਕਰ ਦਿੱਤਾ ਸੀ ਕਿ ਤੁਸੀਂ ਮੈਨੂੰ ਸੱਸ ਨਹੀਂ ਆਖਣਾ। ਅਸੀਂ ਦੋਵੇਂ ਦੋਸਤਾਂ ਵਾਂਗ ਰਹਿਣ ਲੱਗੀਆਂ। ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਕੀਤੀਆਂ, ਪਰ ਅਸੀਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਜੇਕਰ ਲੋਕਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਨਹੀਂ ਜੀ ਸਕਾਂਗੇ। ਬਸ ਲੋਕਾਂ ਦੀਆਂ ਗੱਲਾਂ ਵਿੱਚ ਫਸੇ ਰਹਿ ਜਾਵਾਂਗੇ। ਇਸ ਲਈ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜੀਓ। ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਰਨੀ ਛੱਡ ਦਿਓ। ਅੱਜ ਸਾਡਾ ਪਰਿਵਾਰ ਇੱਕ ਹੈ ਅਤੇ ਖੁਸ਼ਹਾਲ ਪਰਿਵਾਰ ਹੈ। ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਕੋਮਲ ਦੇ ਸਹੁਰੇ ਨੇ ਜੋ ਸੁਮਨ ਨਾਲ ਕੀਤਾ ਸਹੀ ਸੀ ਜਾਂ ਗਲਤ?
ਕਿਰਪਾ ਕਰਕੇ ਟਿੱਪਣੀ ਬਾਕਸ ਵਿੱਚ ਆਪਣੀ ਰਾਏ ਦਿਓ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।